ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਖਿਲਾਫ ਦਿੱਲੀ ਵਿਖੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਬ੍ਰਿਟਿਸ਼ ਸਿੱਖ ਕੌਂਸਲ UK ਵੱਲੋਂ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। 27 ਨਵੰਬਰ ਤੋਂ ਲਗਾਤਾਰ ਅੱਜ ਤੱਕ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਜਿੱਥੇ ਸੰਗਤਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਕਿਸਾਨਾਂ ਅਤੇ ਬੀਬੀਆਂ ਦੇ ਰਹਿਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ, ਬ੍ਰਿਟਿਸ਼ ਸਿੱਖ ਕੌਂਸਲ ਦੇ ਮੈਂਬਰ ਹਰ ਸਮੇਂ ਹਾਜ਼ਰ ਰਹਿੰਦੇ ਹਨ। ਬ੍ਰਿਟਿਸ਼ ਸਿੱਖ ਕੌਂਸਲ UK ਵੱਲੋਂ ਪੰਜਾਬ ਦਾ ਪ੍ਰਬੰਧ ਦੇਖਣ ਵਾਲੇ ਭਾਈ ਸਰਬਜੀਤ ਸਿੰਘ ਨੇ ਖੁੱਲੀ ਸੋਚ ਦੀ ਟੀਮ ਵੱਲੋਂ ਕਵਰੇਜ ਕਰ ਰਹੇ ਪੱਤਰਕਾਰ ਸਤਨਾਮ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸੰਸਥਾ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ। ਸਤਨਾਮ ਸਿੰਘ ਅੱਜ ਸਿੰਘੂ ਬਾਰਡਰ ਦਿੱਲੀ ਵਿਖੇ ਅੱਜ ਹਾਜ਼ਰ ਹਾਂ ਆਪਣੀ ਖੁੱਲੀ ਸੋਚ ਨਿਊਜ਼ ਚੈਨਲ ਦੇ ਰਾਹੀਂ। ਅਸੀਂ ਅੱਜ ਇੱਥੇ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ UK ਵੱਲੋਂ ਜੋ 26 ਤਾਰੀਖ ਤੋਂ ਜਦੋਂ ਕਿਸਾਨ ਸੰਘਰਸ਼ ਕਰਦੇ ਹੋਏ ਪੰਜਾਬ ਤੋਂ ਇੱਥੇ ਆਏ ਸੀਗੇ, ਉਸੇ ਦਿਨ ਤੋਂ ਨਾਲ ਦੇ ਨਾਲ ਹੀ ਜਿੱਦਾਂ ਸੇਵਾਵਾਂ ਕਰਨ ਵਾਲੀਆਂ ਪੈਰਲਲ ਤੇ ਜਿਹੜੀਆਂ ਹੈਗੇ ਨੇ ਜਥੇਬੰਦੀਆਂ ਨੇ ਜਾਂ ਜਿਹੜੇ ਕੋਈ ਸੰਸਥਾਵਾਂ ਨੇ, ਉਹ ਨਾਲ ਚੱਲੀਆਂ ਇੰਤਜ਼ਾਮ ਕਰਨ ਲਈ, ਭਾਵੇਂ ਉਹ ਮੈਡੀਕਲ ਦਾ ਇੰਤਜ਼ਾਮ ਹੋਵੇ, ਭਾਵੇਂ ਉਹ ਲੰਗਰ ਦੀ ਵਿਵਸਥਾ ਦਾ ਹੋਵੇ, ਭਾਵੇਂ ਉਹ ਪਾਣੀ ਗਰਮ ਕਰਨ ਦਾ, ਹੋਰ ਕਈ ਸੇਵਾਵਾਂ ਜਿਹੜੀਆਂ ਇੱਥੇ ਕਿਸਾਨਾਂ ਨੂੰ ਜ਼ਰੂਰੀ ਸੀਗੀਆਂ ਉਹ ਮੁਹੱਈਆ ਕਰਾਉਂਦੇ ਆ। ਇਸੇ ਤਰ੍ਹਾਂ ਹੀ ਇੱਕ ਬ੍ਰਿਟਿਸ਼ ਸਿੱਖ ਕੌਂਸਲ UK ਜੋ ਕਿ ਬਹੁਤ ਹੀ 26 ਤਰੀਕ ਤੋਂ ਕੰਟੀਨਿਊਜ਼ ਇਸ ਸਿੰਘੂ ਬਾਰਡਰ ਵਿਖੇ ਉਹਨਾਂ ਨੇ 24 ਘੰਟੇ ਲੰਗਰ ਦਾ ਪ੍ਰਬੰਧ ਜਿਹੜਾ ਕੀਤਾ ਹੋਇਆ ਹੈ। ਅਸੀਂ ਅੱਜ ਗੱਲ ਕਰਦੇ ਹਾਂ ਭਾਈ ਸਰਬਜੀਤ ਸਿੰਘ ਜੀ, ਇਸ ਸੰਸਥਾ ਦੇ ਬੜੇ ਸਿਰਮੌਰ ਸੇਵਾਦਾਰ ਨੇ। ਜਦੋਂ ਵੀ ਕਿਤੇ ਭਾਵੇਂ ਕਿਤੇ ਹੜ੍ਹ ਆਉਂਦੇ ਹਨ, ਭਾਵੇਂ ਕਿਤੇ ਸਕੂਲ ਜਾਂ ਕਿਤੇ ਕੋਈ ਗੁਰਪੁਰਬ ਮਨਾਉਣ ਦੀ ਗੱਲ ਆਉਂਦੀ ਹੈ, ਤਾਂ ਇਹ ਭਾਈ ਸਰਬਜੀਤ ਸਿੰਘ ਪੱਬਾਂ ਭਾਰ ਹੋ ਜਾਂਦੇ ਨੇ। ਅੱਜ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਇਹ ਜਿਹੜੇ ਬ੍ਰਿਟਿਸ਼ ਸਿੱਖ ਕੌਂਸਲ UK ਵੱਲੋਂ ਨੇ, ਇਹ ਸੰਸਥਾ ਨੂੰ ਕੌਣ ਚਲਾ ਰਿਹਾ ਹੈ ਔਰ ਇਹ ਕੀ ਕਰ ਰਹੀ ਹੈ, ਇੱਥੇ ਦਿੱਲੀ ਸਿੰਘੂ ਬਾਰਡਰ ਵਿਖੇ ਕਿੱਦਾਂ ਦੇ ਪ੍ਰਬੰਧ ਨੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਿਟਿਸ਼ ਸਿੱਖ ਕੌਂਸਲ UK ਪਿਛਲੇ 18 ਸਾਲ ਤੋਂ ਸਿਵਲੀਕਰਨ ਵਣਜਾਰਿਆਂ ਲਈ ਸੇਵਾ ਕਰ ਰਹੀ ਹੈ। ਭਾਈ ਤਰਸੇਮ ਸਿੰਘ ਜੀ ਦਿਓਲ ਜਿਹੜੇ ਇਹਦਾ ਸਾਰਾ ਕਾਰਜਕਾਲ ਦੇਖਦੇ ਨੇ। ਅਸੀਂ ਤਕਰੀਬਨ 28 ਨਵੰਬਰ ਤੋਂ ਜਦੋਂ ਤੇ ਕਿਸਾਨ ਮੋਰਚਾ ਦਿੱਲੀ ਸ਼ਿਫਟ ਹੋਇਆ ਪੰਜਾਬ ਤੋਂ, ਪਹਿਲਾਂ ਪੰਜਾਬ 'ਚ ਲੱਗਦਾ ਸੀ, ਜਿੰਨੇ ਤੋਂ ਕਿਸਾਨ ਭਰਾਵਾਂ ਨੇ ਸਾਡੇ ਦਿੱਲੀ ਆਏ ਉਦੋਂ ਤੋਂ ਹੀ ਅਸੀਂ ਇਹਨਾਂ ਵਾਸਤੇ ਉਰੇ ਤਤਪਰ ਤਿਆਰ ਹਾਂ। ਪਹਿਲੇ ਮੁੱਢਲੇ ਦੌਰ ਵਿੱਚ ਜੋ ਮੁੱਢਲੀਆਂ ਸੇਵਾਵਾਂ ਸੀ, ਲੰਗਰ ਦੀਆਂ ਸੇਵਾਵਾਂ, ਉਹ ਸਰਬੱਤ ਸੇਵਾਵਾਂ ਉਦੋਂ ਤੋਂ ਹੀ ਅੱਜ ਤੱਕ ਨਿਰੰਤਰ ਤਕਰੀਬਨ 40-42 ਦਿਨ ਹੋ ਗਏ ਨੇ, 24 ਘੰਟੇ ਉਹ ਨਿਭਾਈਆਂ ਜਾ ਰਹੀਆਂ ਨੇ। ਜਿਵੇਂ ਸਾਨੂੰ ਲੱਗਿਆ ਕਿ ਜੋ ਵੀ ਸਾਡੇ ਇੱਥੇ ਸੰਗਤ ਪੰਜਾਬ ਤੋਂ ਪ੍ਰੋਟੈਸਟ ਵਿੱਚ ਆਈ ਆ, ਉਹਦੇ ਲਈ ਜੋ ਵੀ ਸਾਨੂੰ ਜ਼ਰੂਰਤ ਜਿਸ ਚੀਜ਼ ਦੀ ਲੱਗੀ, ਰਿਹਾਇਸ਼ ਦੇ ਪ੍ਰਬੰਧ ਦੀ, ਨਹਾਉਣ ਦੇ ਪ੍ਰਬੰਧ ਦੀ, ਉਹਨਾਂ ਲਈ ਟੋਇਲਟਾਂ ਵਾਸ਼ਰੂਮਾਂ ਦੇ ਪ੍ਰਬੰਧ ਦੀ, ਉਹਨਾਂ ਲਈ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨਾਂ ਦੇ ਪ੍ਰਬੰਧ ਦੀ, ਮੈਡੀਕਲ ਸੇਵਾਵਾਂ ਦੇ ਪ੍ਰਬੰਧ ਦੀ, ਉਹ ਸਾਰੀਆਂ 1 ਬਾਏ 1 ਕਰਕੇ ਇੱਥੇ ਸਟੈਬਲਿਸ਼ ਕੀਤੀਆਂ ਗਈਆਂ। ਹੁਣ ਪਿਛਲੇ 2-3 ਦਿਨ ਤੋਂ ਤਕਰੀਬਨ ਮੌਸਮ ਵਿਭਾਗ ਜਿਹੜਾ ਮੀਂਹ ਦਾ ਵੀ ਦਿਖਾ ਰਿਹਾ ਸੀ, ਕੱਲ੍ਹ ਤੋਂ ਦੇਖੋ ਅੱਜ ਬਰਸਾਤ ਦਾ ਦੂਜਾ ਦਿਨ ਹੋ ਗਿਆ, ਤੇ ਉਹਦੇ ਕਰਕੇ ਅਸੀਂ ਜਿਹੜਾ ਆਪਣਾ ਲੰਗਰ ਦੀ ਟੈਂਟ ਆ ਸਾਡਾ, ਉਹਨੂੰ ਵੀ ਫੁੱਲੀ ਵਾਟਰਪ੍ਰੂਫ ਕੀਤਾ, ਕਿਉਂਕਿ ਸੰਗਤ ਅੱਜ ਦੇ ਅਸੀਂ ਦੇਖਿਆ ਦਿਨ ਵਿੱਚ ਵੀ ਜਿਵੇਂ ਹੁਣ ਸੰਗਤ ਪ੍ਰਸ਼ਾਦਾ ਛਕਦੀ ਹੈ, ਤਾਂ ਦਿਨ 'ਚ ਮੀਂਹ ਦੇ ਵਿੱਚ ਵੀ ਸੰਗਤ ਨਿਰੰਤਰ ਪ੍ਰਸ਼ਾਦਾ ਛਕਦੀ ਸੀ। ਜਿੱਦਾਂ ਤੁਸੀਂ 26 ਤਰੀਕ ਤੋਂ ਜਦੋਂ ਤੱਕ ਕਿਸਾਨ ਜਥੇਬੰਦੀਆਂ ਇੱਧਰ ਨੂੰ ਵਧੀਆਂ ਨੇ, ਤੁਸੀਂ ਉਹਦੇ ਨਾਲ ਹੀ ਆਏ ਹੋ ਇੱਦਾਂ ਉਸੇ ਸੰਘਰਸ਼ ਦੇ ਚੱਲਦੇ ਹੋਈ। ਜਦੋਂ ਤੁਸੀਂ ਇੱਥੇ ਆ ਕੇ ਲੰਗਰ ਦੀ ਸ਼ੁਰੂਆਤ ਕੀਤੀ, ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਾਂ ਤੁਹਾਨੂੰ ਕਿਉਂਕਿ ਐਡਾ ਵੱਡਾ ਪ੍ਰਬੰਧ ਜਿੱਦਾਂ ਕਿ ਲੰਗਰ ਦੇ ਬਰਤਨ ਕਹਿ ਲਓ, ਲੰਗਰ ਲਈ ਰਸਨ ਕਹਿ ਲਓ, ਕੁਝ ਵੀ ਚੀਜ਼ਾਂ ਦਾ ਤੁਹਾਨੂੰ ਉਹਨਾਂ ਲਈ ਇੱਥੇ ਸੰਘਰਸ਼ ਕਰਨਾ ਪਿਆ, ਕੁਝ ਔਕੜਾਂ ਆਈਆਂ ਜਾਂ ਕਿੱਦਾਂ? ਆਪ ਜੀ ਨੇ ਦੇਖਿਆ ਪਹਿਲਾਂ ਤਾਂ ਸਾਡੇ ਪੰਜਾਬੀ ਵੀਰਾਂ ਨੂੰ ਹੀ ਨਹੀਂ ਸਰਕਾਰ ਨੇ ਇੱਧਰ ਤੱਕ ਆਉਣ ਦਿੱਤਾ। ਅਸੀਂ ਦੇਖਿਆ ਵੀ ਇਹਨਾਂ ਵਾਸਤੇ ਅੱਗੇ ਹੋ ਕੇ ਲੰਗਰ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ। ਅਸੀਂ ਉੱਥੋਂ 2 ਟੀਮਾਂ ਬਣਾਈਆਂ, ਜਿਹੜੀਆਂ ਇੱਕ ਸਾਡੇ ਪੰਜਾਬੀ ਭਰਾਵਾਂ ਦੇ ਨਾਲ ਆਉਂਦੀਆਂ ਸੀ, ਉਹ 'ਚ ਵੀ ਗੱਡੀ 'ਚ ਪੂਰੀਆਂ ਰਸਦਾਂ, ਭੱਠੀਆਂ, ਹਰੇਕ ਚੀਜ਼ ਦਾ ਪ੍ਰਬੰਧ ਸੀ। ਉਹ ਤੋਂ ਬਿਨਾਂ ਅਸੀਂ ਦੂਸਰੀ ਗੱਡੀ ਜੋ 10 ਅਸੀਂ ਆਪਣੇ ਵਾਲੇ ਪਾਸਿਓਂ ਲੈ ਕੇ, ਜਿਹੜਾ EPE ਰੋਡ ਬਣਿਆ ਹੋਇਆ, ਜਿਹੜਾ ਪੂਰੀ ਦਿੱਲੀ ਦੇ ਉੱਪਰ ਦੀ ਘੁੰਮਦਾ, ਅਸੀਂ ਇੱਥੋਂ ਗਾਜ਼ੀਆਬਾਦ ਨੂੰ ਨਿਕਲ ਗਏ। ਗਾਜ਼ੀਆਬਾਦ ਤੋਂ ਦਿੱਲੀ 'ਚ ਅਸੀਂ ਐਂਟਰ ਕੀਤਾ ਕਿ ਮੂਹਰੇ ਜਾ ਕੇ ਜਿੱਥੇ ਕਿਤੇ ਪੜਾਅ ਲੱਗਣਾ ਜਾਂ ਢਕਾ ਹੋਣਾ, ਕਿਉਂਕਿ ਆਪ ਜੀ ਨੂੰ ਪਤਾ ਕਿਸਾਨ ਵੀਰਾਂ ਦੀ ਫਾਈਨਲ ਕਾਲ ਨਹੀਂ ਸੀ ਕਿ ਕਿੱਥੇ ਜਾ ਕੇ ਰੁਕਣਾ। ਅਸੀਂ ਉਹਨਾਂ ਦਾ ਜਿੰਨਾ ਚਿਰ ਉਹਨਾਂ ਦੀ ਨੋਟੀਫਿਕੇਸ਼ਨ ਫਾਈਨਲ ਕਾਲ ਦੀ ਵੇਟ ਕੀਤੀ, ਉਹਨਾਂ ਚਿਰ ਅਸੀਂ ਵੇਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਇੱਥੇ ਸਿੰਭੂ ਬੈਰੀਅਰ 'ਤੇ ਰੁਕਣਾ, ਫਿਰ ਅਸੀਂ ਜਿਹੜਾ ਲੰਗਰ ਆ ਆਪਣੀ ਟੀਮ ਨੇ ਲੈ ਕੇ ਇੱਧਰੋਂ ਲਾਇਆ। ਦੂਸਰੀ ਟੀਮ ਸਾਡੀ ਜਿਹੜੀ ਗੁਰਪ੍ਰੀਤ ਸਿੰਘ ਲਾਪਰਾ
ਇਹ ਲੰਗਰ ਲੈ ਕੇ ਆਏ ਸੀ। ਇਹਨਾਂ ਨੇ ਪਿੱਛੋਂ ਆ ਕੇ ਲੰਗਰ ਦੀ ਵਿਵਸਥਾ ਕੀਤੀ। ਪਹਿਲੇ ਦਿਨਾਂ ਵਿੱਚ ਬਹੁਤ ਮੁਸ਼ਕਲ ਹੋਈ ਕਿਉਂਕਿ ਲੋਕ ਇਹ ਸਮਝਦੇ ਸੀ ਕਿ ਇਹ ਪ੍ਰਦਰਸ਼ਨਕਾਰੀ ਨੇ। ਪ੍ਰਦਰਸ਼ਨਕਾਰੀਆਂ ਕਰਕੇ ਕਿਸੇ ਨੇ ਸਾਨੂੰ ਟੈਂਟ ਨਹੀਂ ਦਿੱਤਾ ਇੱਥੇ, ਕਿਸੇ ਨੇ ਮੈਟ ਨਹੀਂ ਦਿੱਤੇ, ਕਿਸੇ ਨੇ ਲਾਈਟ ਦੀ ਤਾਰ ਨਹੀਂ ਦਿੱਤੀ, ਪਾਣੀ ਨਹੀਂ ਦਿੱਤਾ। ਤੇ 1-2 ਦਿਨ 'ਚ ਉਹਨਾਂ ਨੂੰ ਲੱਗਿਆ ਕਿ ਪੀਸਫੁਲੀ ਲੋਕ ਨੇ, ਇਹ ਇੱਦਾਂ ਦਾ ਕੰਮ ਨਹੀਂ ਕਰਦੇ। ਅਸੀਂ ਉੱਦਾਂ ਹੀ ਲੰਗਰ ਚਲਾਇਆ। ਜਦੋਂ ਅਸੀਂ ਆਪ ਜੀ ਨੂੰ ਦੱਸਦਾ, ਜਦੋਂ ਕਿਸੇ ਨਾਲ ਟੈਂਟ ਲਾਉਣ ਬਾਰੇ ਕੰਟੈਕਟ ਕੀਤਾ ਤਾਂ ਉਹਨੇ ਸਾਤੋਂ 3 ਲੱਖ ਰੁਪਈਆ ਸਿਕਿਉਰਿਟੀ ਮੰਗੀ ਵੀ ਤੁਹਾਡੇ 8-10 ਪੱਲੇ ਲਾਉਣ ਦੀ 3 ਲੱਖ ਰੁਪਈਆ ਸਿਕਿਉਰਿਟੀ ਲਓ। ਸੋ ਪਹਿਲੇ ਦੌਰ 'ਚ ਪ੍ਰੋਬਲਮ ਬੜੀਆਂ ਆਈਆਂ, ਪਰ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕਰਕੇ ਹੁਣ ਤੱਕ ਸਰਬੱਤ ਕਾਰਜ ਨੇਪਰੇ ਚੜ੍ਹੇ ਨੇ ਤੇ ਨਿਰੰਤਰ ਜਾਰੀ ਨੇ। ਜਿੱਦਾਂ ਕਿ ਹੁਣ ਇਹ ਲੰਗਰ ਤੁਹਾਡੇ ਇੱਥੇ ਸੇਵਾਵਾਂ 24 ਘੰਟੇ ਚੱਲ ਰਹੀਆਂ ਨੇ, ਇਹ ਸੰਘਰਸ਼ ਤਾਂ ਬਹੁਤ ਲੰਬਾ ਚਲਾ ਜਾਣਾ ਹੈ, ਤੇ ਕੀ ਤੁਸੀਂ ਇਹਦੇ ਲਈ ਅੱਗੇ ਲਈ ਜਿਹੜੀ ਤਿਆਰੀ ਹੈਗੀ ਹੈ ਉਹ ਤੁਹਾਡੀ ਹੈਗੀ ਹੈ ਜਾਂ ਤੁਸੀਂ ਕਿਤੇ ਪੜਾਅ 'ਤੇ ਅੱਗੇ ਆ ਕੇ ਰੋਕਣਾ ਇਹਨੂੰ? ਦੇਖੋ, ਨਿਰੰਤਰ ਗੁਰੂ ਨਾਨਕ ਸਾਹਿਬ ਦਾ ਲੰਗਰ ਆ, ਮਹਾਰਾਜ ਦਾ ਚਲਾਇਆ ਲੰਗਰ ਚੱਲ ਰਿਹਾ। ਸੰਗਤਾਂ ਸਹਿਯੋਗ ਕਰ ਰਹੀਆਂ ਨੇ। ਆਪਣੇ ਦਸਵੰਧ ਦੀ ਜਿਹੜੀ ਮਹਾਰਾਜ ਨੇ ਚਾਲੀ ਸੰਗਤਾਂ ਨੂੰ ਸਿਖਾਈ ਆ, ਉਹ ਦਸਵੰਧ ਸਾਨੂੰ ਉਹ ਦਸਵੰਧ ਨਾਲ ਹੀ ਇਹ ਲੰਗਰ ਸਾਰੇ ਚੱਲ ਰਹੇ ਨੇ। ਤੇ ਜਿੰਨਾ ਚਿਰ ਇੱਥੇ ਕਿਸਾਨ ਵੀਰ ਪੰਜਾਬੀ ਭਾਈ ਸਾਡੇ ਮੌਜੂਦ ਨੇ, ਅਸੀਂ ਗੁਰੂ ਨਾਨਕ ਮਹਾਰਾਜ ਦਾ ਲੰਗਰ ਉਹਨਾਂ ਵਾਸਤੇ 24 ਘੰਟੇ ਇੱਦਾਂ ਹੀ ਨਿਰੰਤਰ ਜਾਰੀ ਰਹੂ। ਹਾਂਜੀ, ਇਹ ਕਾਫੀ ਕੁਝ ਸੁਣਨ ਨੂੰ ਚੱਲ ਰਿਹਾ ਹੈ। ਕਾਫੀ ਕਹਿ ਰਹੇ ਆ ਜਿੱਦਾਂ ਇਹ ਜਿਹੜੇ ਲੰਗਰ ਚੱਲ ਰਹੇ ਨੇ, ਜੋ ਵੀ ਸੇਵਾਵਾਂ ਚੱਲ ਰਹੀਆਂ ਨੇ, ਇਹ ਕਿਸੇ ਪਾਰਟੀ ਦੀ ਫੰਡਿੰਗ ਹੈ ਇਹਨੂੰ ਜਾਂ ਕਿੱਦਾਂ ਜੀ, ਕੀ ਹੈ? ਨਹੀਂ, ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਮਹਾਰਾਜ ਦੀ ਜੋ ਦਸਵੰਧ ਦੀ ਪ੍ਰਥਾ ਚਲਾਈ ਆ, ਸੰਗਤਾਂ ਦਾ ਦਸਵੰਧ ਨਾਲ ਹੀ ਲੰਗਰ ਚੱਲਦਾ, ਨਿਰੋਲ ਦਸਵੰਧ ਨਾਲ ਲੰਗਰ ਚੱਲਦਾ। ਸਾਡੇ ਆਪ ਜੀ ਨੂੰ ਮੈਂ ਦੱਸ ਦਿੰਦਾ, ਬ੍ਰਿਟਿਸ਼ ਸਿੱਖ ਕੌਂਸਲ UK ਜੋ ਸਿਗਲੀਗੜ੍ਹ ਬਣਜਾਰੇ ਸਿੱਖਾਂ ਦੀ 18 ਸਾਲ ਤੋਂ ਸੇਵਾ ਕਰ ਆ ਰਹੀ ਆ। ਮੱਧ ਪ੍ਰਦੇਸ਼ 'ਚ ਉਹਨਾਂ ਦਾ ਮਿਆਰ ਬਹੁਤ ਨੀਵਾਂ ਸੀ, ਜੀਵਨ ਪੱਧਰ ਬਹੁਤ ਨੀਵਾਂ ਸੀ। ਸਾਡੀ ਸਿੱਖਾਂ ਦੀ ਗਿਣਤੀ ਕੇਵਲ 2 ਕਰੋੜ ਦੱਸੀ ਜਾਂਦੀ ਆ, ਪਰੰਤੂ ਉਹ ਸਿਗਲੀਗੜ੍ਹ ਬਣਜਾਰੇ ਸਿੱਖ ਨੇ, ਉਹਨਾਂ ਨੂੰ ਸਿੱਖਾਂ ਨਾਲ ਕਾਊਂਟ ਨਹੀਂ ਕੀਤਾ ਜਾਂਦਾ। ਉਹ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਉਹਨਾਂ ਦੀ ਗਿਣਤੀ ਸਾਡੇ ਨਾਲੋਂ ਤਕਰੀਬਨ 2 ਗੁਣਾ, ਉਹ 4.5 ਕਰੋੜ ਨੇ। ਕਿਉਂਕਿ ਇਹਨਾਂ ਦੀ ਗਿਣਤੀ ਜ਼ਿਆਦਾ ਨਾ ਹੋ ਜਾਵੇ, ਇਸ ਕਰਕੇ ਸਾਨੂੰ 2 ਕਰੋੜ ਕਹਿ ਕੇ ਸਮੇਟ ਦਿੱਤਾ ਜਾਂਦਾ। ਸੋ ਅਸੀਂ ਬ੍ਰਿਟਿਸ਼ ਸਿੱਖ ਕੌਂਸਲ UK ਉਹਨਾਂ ਦੇ ਜੋ ਵੀ ਜੀਵਨ ਪੱਧਰ ਦਾ ਐਜੂਕੇਸ਼ਨ, ਰਿਹਾਇਸ਼ ਦੇ ਪ੍ਰਬੰਧ ਨੇ, ਭੋਜਨ ਪਾਣੀ ਦੇ ਪ੍ਰਬੰਧ ਨੇ, ਉਹਨਾਂ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧ ਨੇ, ਉਹ ਪਿਛਲੇ 18 ਸਾਲ ਤੋਂ ਅਸੀਂ ਮੱਧ ਪ੍ਰਦੇਸ਼ 'ਚ ਇਹ ਸਾਰੀਆਂ ਸੇਵਾਵਾਂ ਕਰ ਰਹੇ ਹਾਂ। ਉਹਨਾਂ ਨੂੰ ਜਦੋਂ ਕਿਸੇ ਚੀਜ਼ ਨੂੰ ਫੰਡਿੰਗ ਕੋਈ ਕਿਸੇ ਕਿਸਮ ਦੀਆਂ ਏਜੰਸੀਆਂ ਜਾਂ ਜੋ ਵੀ ਆ ਨਹੀਂ ਕਰ ਰਹੀ, ਉਹਨਾਂ ਨੂੰ ਵੀ ਨਿਰੋਲ ਦਸਵੰਧ ਦੀ ਸੇਵਾ ਨਾਲ ਹੀ ਸਰਬੱਤ ਕਾਰਜ ਚੱਲਦੇ ਨੇ। ਸੋ ਹੁਣ ਵੀ ਇਹਦੇ ਵਿੱਚ ਸਾਰਾ ਕੰਮ ਆ ਜੋ ਵੀ ਦਸਵੰਧ ਦੀ ਸੇਵਾ ਨਾਲ ਹੀ ਚੱਲਦਾ। ਇੱਥੇ ਲੰਗਰ ਦੇ ਵਿੱਚ ਜਿਹੜੇ ਸੇਵਾਦਾਰ ਹੈ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਵੰਡ ਕਰਦੇ ਹੋ, ਕਿੱਦਾਂ ਤੁਸੀਂ ਉਹਨਾਂ ਦੀ ਡਿਊਟੀਆਂ ਲਗਾਉਂਦੇ ਹੋ? ਤੇ ਕਿਉਂਕਿ 24 ਘੰਟੇ ਲੰਗਰ ਹੈ, ਉਹਦੇ ਲਈ ਸੇਵਾਦਾਰਾਂ ਦੀ ਵੀ ਬੜੀ ਕਮੀ ਹੁੰਦੀ ਹੈ, ਫਿਰ ਤੁਸੀਂ ਉਹਨੂੰ ਕਿੱਦਾਂ ਡਿਵਾਈਡ ਕਰਦੇ ਹੋ ਉਹਨਾਂ ਨੂੰ, ਜਿੱਦਾਂ ਦਿਨ ਰਾਤ ਕੰਟੀਨਿਊ ਚੱਲਦਾ ਹੈ? ਜਿਹੜੇ ਸਾਡੇ 6-7 ਸੇਵਾਦਾਰ ਵਲੰਟੀਅਰ ਨੇ, ਉਹ ਤਾਂ ਸਾਡੇ ਨਾਲ ਪਰਮਾਨੈਂਟ ਤੌਰ 'ਤੇ 24 ਘੰਟੇ ਹਾਜ਼ਰ ਰਹਿੰਦੇ ਨੇ, ਪਰ ਉਹ ਵੀ 8-8, 10-10 ਘੰਟੇ ਸੇਵਾ ਨਿਭਾਉਂਦੇ ਨੇ। ਅਸੀਂ ਕਹਿ ਲਈਦਾ ਕਿ ਆਰਾਮ ਕਰ ਲਓ, ਲੰਬਾ ਸਮਾਂ ਚੱਲਣਾ, ਪਰ ਕੋਈ ਵੀ ਸਾਡਾ ਸੇਵਾਦਾਰ ਆਰਾਮ ਕਰਨ ਨੂੰ ਤਿਆਰ ਨਹੀਂ ਹੁੰਦਾ। ਉਹ ਅੱਗੋਂ ਸਗੋਂ ਇਹ ਕਹਿੰਦਾ, ਕੋਈ ਨਾ ਤੁਸੀਂ ਆਰਾਮ ਕਰਿਓ, ਮੈਂ ਹਜੇ ਦੇਖਦਾ, ਤੁਸੀਂ ਆਰਾਮ ਕਰਿਓ, ਮੈਂ ਹਜੇ ਦੇਖਦਾ। ਪਰੰਤੂ ਜੋ ਪੂਰੀ ਮੈਨੇਜਮੈਂਟ ਆ, ਉਹ ਸਾਡੇ ਨਾਲ ਪੰਜਾਬ ਦੇ ਸਾਰੇ ਵਲੰਟੀਅਰ ਵੀਰ ਜੁੜੇ ਹੋਏ ਨੇ। ਉਹ ਪਿੰਡਾਂ ਦੇ ਹਿਸਾਬ ਨਾਲ ਅਸੀਂ ਡਿਊਟੀਆਂ ਵੰਡ ਲੈਂਦੇ ਹਾਂ ਵੀ ਆਹ ਵਾਲਾ ਵੀਕ ਇੱਥੇ ਦੇ ਪਿੰਡ ਵਾਲੀ ਸੰਗਤ ਸੇਵਾ ਸਾਂਭ ਲੂਗੀ, 2 ਪਿੰਡਾਂ ਦੀ ਸੰਗਤ 1 ਵੀਕ ਸੇਵਾ ਸਾਂਭ ਲੂ, ਨੈਕਸਟ ਇੱਥੇ ਦੇ ਵੀਰ ਇੱਥੇ ਦੀ ਸਾਡੀ ਸੇਵਾ ਸਾਂਭ ਲੈਣਗੇ। ਸੋ ਇਸ ਤਰ੍ਹਾਂ ਨਿਰੰਤਰ ਡਿਊਟੀਆਂ ਬਣੀਆਂ ਨੇ। 80 ਤੋਂ 100 ਵਲੰਟੀਅਰ ਨੇ ਜਿਹੜੇ 24 ਘੰਟੇ ਸ਼ਿਫਟਾਂ ਬਦਲ ਕੇ ਸੇਵਾ ਨਿਭਾਉਂਦੇ ਨੇ। ਦੇਖੋ ਜੀ, ਭਾਈ ਸਰਬਜੀਤ ਸਿੰਘ ਜੀ ਨੇ ਦੱਸਿਆ ਜਿਹੜੀ ਬ੍ਰਿਟਿਸ਼ ਸਿੱਖ ਕੌਂਸਲ UK ਇਹ ਕਿੱਦਾਂ ਸੇਵਾ ਕਰਦੀ ਹੈ। ਸੇਵਾਦਾਰ ਤਤਪਰ ਰਹਿੰਦੇ ਨੇ, ਉਹ ਆਰਾਮ ਕਰਨ ਨੂੰ ਜ਼ਰੂਰੀ ਨਹੀਂ ਸਮਝਦੇ, ਆਪਣੀ ਸੇਵਾ ਨੂੰ ਜਿਹੜਾ ਹੈਗਾ ਉਹ ਜ਼ਿਆਦਾ ਅਤਵੀਅਤ ਦਿੰਦੇ ਨੇ। ਤੇ ਇੱਥੇ ਨਿਰੰਤਰ ਜਿਹੜਾ ਇਹਨਾਂ ਵੱਲੋਂ ਲੰਗਰ ਹੈਗਾ 24 ਘੰਟੇ ਚੱਲ ਰਿਹਾ ਹੈ। ਜਿੱਦਾਂ ਕਿ ਆਪ ਦੇਖ ਰਹੇ ਹੋ, ਸੰਗਤਾਂ ਲੰਗਰ ਛਕ ਰਹੀਆਂ ਹਨ ਤੇ ਇੱਧਰ ਲੰਗਰ ਦਾ ਜਿਹੜਾ ਹੈਗਾ ਵੰਡ ਕੀਤੀ ਜਾਂਦੀ ਹੈ, ਉਹਨਾਂ ਨੂੰ ਭੋਜਨ ਦਿੱਤਾ ਜਾਂਦਾ ਹੈ ਲੰਗਰ ਦੀ ਮਰਿਆਦਾ ਅਨੁਸਾਰ, ਜਿੱਥੋਂ ਸਬਜ਼ੀ ਲਓ ਔਰ ਸਾਗ ਦਾਲ ਜੈਸੇ ਜੋ ਵੀ ਕੁਝ ਹੁੰਦਾ ਹੈ ਇਹ ਵੰਡ ਦਿੰਦੇ ਹੈ। ਤੇ ਕਿਸਾਨ ਵੀਰ ਜਾਂ ਹੋਰ ਜਿਹੜੇ ਇੱਥੇ ਰਹਿਣ ਵਾਲੇ ਆਸ-ਪਾਸ ਦੀ ਸੰਗਤ ਵੀ ਹੈਗੀ ਹੈ, ਉਹ ਵੀ ਇੱਥੇ ਬੈਠ ਕੇ ਛਕਦੀ ਹੈ ਲੰਗਰ। ਨਿਰੰਤਰ ਜਿਹੜਾ ਹੈਗਾ ਲੰਗਰ ਇੱਥੇ ਚੱਲ ਰਿਹਾ ਹੈ ਤੇ ਉਹ ਲੰਗਰ ਜਿਹੜਾ ਇਹ ਕਿੱਡੀ ਸੋਹਣੀ ਦੇਖੋ ਮਰਿਆਦਾ ਦੇ ਨਾਲ ਬੈਠ ਕੇ ਪੰਗਤ ਦੇ ਵਿੱਚ ਚੱਲਦਾ ਹੈ। ਤੇ ਸਰਬਜੀਤ ਸਿੰਘ ਜੀ, ਜਿੱਦਾਂ ਇਹ ਜਿਹੜੇ ਤੁਸੀਂ ਡਿਸਪੋਜ਼ੇਬਲ ਲਿਆਂਦੀ ਹੋਈ ਹੈ, ਹੁਣ ਕੀ ਹੁੰਦਾ ਜਦੋਂ ਡਿਸਪੋਜ਼ੇਬਲ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਡਿਸਪੋਜ਼ੇਬਲ ਨੂੰ ਫਿਰ ਤੁਸੀਂ ਇੱਥੇ ਕੀਤਾ, ਉਹਨੂੰ ਕਿੱਥੇ ਡੰਪਿੰਗ ਜ਼ੋਨ ਕੀਤਾ ਹੋਇਆ ਹੈ, ਕਿੱਥੇ ਇਹਨਾਂ ਨੂੰ ਤੁਸੀਂ ਛੱਡਦੇ ਹੋ? ਕਿਉਂਕਿ 24 ਘੰਟੇ ਲੰਗਰ ਚੱਲਦਾ, ਤੁਹਾਡੀ ਤਾਂ ਡਿਸਪੋਜ਼ੇਬਲ ਹੀ ਬਹੁਤ ਲੱਗਦੀ ਹੈ, ਤੇ ਤੁਸੀਂ ਇਹਦੇ ਲਈ ਕਿੱਦਾਂ ਮੈਨੇਜ ਕਰਦੇ ਹੋ? ਇਹਨਾਂ ਜੀ
ਡੇ ਫਸਟ ਤੋਂ ਤਾਂ ਸੰਗਤ ਥੋੜ੍ਹੀ ਹੁੰਦੀ ਸੀ, ਦਿਨ ਦਾ ਕੋਈ 2-3 ਹਜ਼ਾਰ ਸਰੀਰ ਹੁੰਦਾ ਸੀ, ਪਰ ਹੁਣ ਆਪ ਜੀ ਦੇਖ ਸਕਦੇ ਹੋ 14-15 ਹਜ਼ਾਰ ਸਰੀਰ ਇੱਥੇ ਡੇਲੀ ਆਹ ਲੰਗਰ 'ਚ ਪ੍ਰਸ਼ਾਦਾ ਛਕਦਾ। ਡਿਸਪੋਜ਼ਲ ਤੁਹਾਡਾ ਕੁਐਸਚਨ ਬਿਲਕੁਲ ਰਾਈਟ ਆ, ਬਹੁਤ ਜ਼ਿਆਦਾ ਹੋ ਜਾਂਦੀ। ਪਹਿਲਾਂ ਸਾਡੇ ਸਿੰਘ ਆਪ ਜਾ ਕੇ ਇੱਥੋਂ ਨੇੜੇ ਇੱਕ ਡਿਗਿੰਗ ਬਣੀ ਹੋਈ ਆ, ਉੱਥੇ ਡੰਪ ਕਰਦੇ ਸੀ, ਪਰੰਤੂ ਸਾਡਾ ਇੱਥੇ ਦੀ ਨਗਰ ਨੇ ਵੀ ਬਹੁਤ ਸਹਿਯੋਗ ਕੀਤਾ। ਅਸੀਂ ਉਹਨਾਂ ਤੱਕ ਅਪਰੋਚ ਕੀਤੀ ਜੋ ਵੀ MC ਨੇ, ਤੇ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਡਿਸਪੋਜ਼ਲ ਬਹੁਤ ਜ਼ਿਆਦਾ ਹੁੰਦੀ। ਉਹ ਉਹਨਾਂ ਨੇ ਇੰਨੀ ਸਾਨੂੰ ਹੈਲਪ ਦਿੱਤੀ, ਉਹ ਕਹਿੰਦੇ ਇਕੱਠੇ ਕਰਕੇ ਇੱਕ ਜਗ੍ਹਾ ਰੱਖ ਦਿਆ ਕਰੋ, ਤੇ ਉਹਨਾਂ ਦੀ ਗੱਡੀ ਰੂਟੀਨ ਵਾਈਜ਼ ਡੇਲੀ 2 ਰਾਊਂਡ 'ਚ ਮਾਰਨਿੰਗ ਤੇ ਈਵਨਿੰਗ ਉਹ ਚੱਕ ਕੇ ਲੈ ਜਾਂਦੇ। ਤੁਸੀਂ ਇੱਥੇ ਸਹਿਯੋਗ ਦੀ ਗੱਲ ਕੀਤੀ ਹੈ, ਹਰਿਆਣਾ ਹਮੇਸ਼ਾ ਹੀ ਭਰਾ ਦੀ ਤਰ੍ਹਾਂ ਖੜਿਆ, ਤੇ ਉਹਨਾਂ ਨੇ ਤੁਹਾਡੇ ਸਹਿਯੋਗ 'ਚ ਕਿੱਦਾਂ ਨਾਲ ਤੁਹਾਡੇ ਚੱਲੇ ਲੰਗਰ ਦੇ ਲਗਾਉਣ ਦੇ ਵਿੱਚ ਤੁਹਾਨੂੰ ਇੱਥੇ? ਦੇਖੋ ਕਿਸੇ ਹੋਰ ਚੀਜ਼ ਤਾਂ ਦਿੱਕਤ ਨਹੀਂ ਆਈ, ਕਿਉਂਕਿ ਗੁਰੂ ਨਾਨਕ ਮਹਾਰਾਜ ਸਾਹਿਬ ਦੇ ਕਾਰਜ ਨੇ, ਕੋਈ ਵੀ ਡਿੱਕਾ ਬਣ ਨਹੀਂ ਸਕਦਾ, ਕਿਉਂਕਿ ਗੁਰੂ ਨਾਨਕ ਮਹਾਰਾਜ ਆਪ ਵਰਤਦੇ ਨੇ। ਜਿੱਥੇ ਜਾਈਏ ਗੁਰੂ ਨਾਨਕ ਮਹਾਰਾਜ ਆਪ ਅਗਲੇ 'ਚ ਵਾਸ ਕਰਕੇ ਉਹ ਕੰਮ ਲਈ ਹਾਮੀ ਭਰਾ ਦਿੰਦੇ ਨੇ। ਪਰੰਤੂ ਚਲੋ ਫਿਰ ਵੀ ਕਿਸੇ ਨੇ ਡਿੱਕਾ ਨਹੀਂ ਲਾਇਆ। ਸਹਿਯੋਗ ਤਾਂ ਅਸੀਂ ਇਹਨਾਂ ਤੱਕ ਹੀ ਅਪਰੋਚ ਕੀਤੀ ਸੀ, ਇਹਨਾਂ ਨੇ ਸਾਨੂੰ ਜੋ ਵੀ ਆ ਗੱਡੀ ਵਗੈਰਾ ਉਹ ਦੇਤੀ। ਬਾਕੀ ਇਲੈਕਟ੍ਰੀਕਲ ਆ, ਪਾਣੀ ਆ, ਉਹ ਹਰੇਕ ਚੀਜ਼ਾਂ ਪੇੜ ਨੇ, ਉਹ ਸੰਗਤ ਦੇ ਦਸਵੰਧ ਨਾਲ ਅਸੀਂ ਬਿਜਲੀ ਪਾਣੀ ਜੋ ਵੀ ਆ ਉਹ ਬਾਏ ਕਰਦੇ ਹਾਂ। ਹਾਂਜੀ, ਸਾਡੇ ਨਾਲ ਇੱਕ ਹੋਰ ਵੀਰ ਜੀ ਇੱਥੇ ਲੰਗਰ 'ਚ ਨਿਰੰਤਰ ਸੇਵਾ ਕਰਦੇ ਨੇ। ਅਸੀਂ ਇਹਨਾਂ ਕੋਲੋਂ ਪੁੱਛਦੇ ਹਾਂ ਕਿ ਜਦੋਂ ਤੁਸੀਂ ਇੱਥੇ, ਤੁਸੀਂ ਦੱਸ ਸਕਦੇ ਹੋ ਜੀ ਤੁਹਾਡੇ ਕੋਲ ਡੇਲੀ ਇੱਥੇ ਕਿੰਨੀ ਕੁ ਸੰਗਤ ਜਿਹੜੀ ਹੈਗੀ ਹੈ ਲੰਗਰ ਛਕਣ ਆ ਜਾਂਦੀ ਹੈ? ਤਕਰੀਬਨ ਕਹਿ ਲਓ ਬਾਈ ਜੀ 15000 ਤੋਂ 18000 ਸੰਗਤ ਹੁੰਦੀ ਹੈ ਵਾਹਿਗੁਰੂ ਜੀ ਇੱਥੇ। 15 ਤੋਂ 18000। ਦੇਖੋ ਜੀ, ਇਹ ਵੀਰ ਜੀ 24 ਘੰਟੇ ਇੱਥੇ ਲੰਗਰ 'ਚ ਰਹਿੰਦੇ ਨੇ, ਪ੍ਰਬੰਧ ਵੀ ਦੇਖਦੇ ਨੇ, ਤਾਂ ਇਹਨਾਂ ਨੇ ਦੱਸਿਆ ਜੀ 15 ਤੋਂ 18 ਮੈਕਸਿਮਮ 20 ਵੀ ਆ ਜਾਂਦੇ ਹੋਣਗੇ। ਤੇ ਤੁਸੀਂ ਇਹ ਪ੍ਰਬੰਧ ਕਰਨ 'ਚ ਤੁਹਾਨੂੰ ਕੋਈ ਦਿੱਕਤ? ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਕੋਈ ਦਿੱਕਤ ਨਹੀਂ ਹੈਗੀ ਜੀ। ਦੇਖੋ ਜੀ, ਜਿਹੜਾ ਗੁਰੂ ਦਾ ਸਿੱਖ ਹੈ ਉਹ ਇਹ ਲੰਗਰ ਦੀ ਪ੍ਰਥਾ 'ਚ ਸੇਵਾ ਕਰਦਾ ਹੈ, ਚਾਹੇ ਲੱਖਾਂ ਹੀ ਆ ਜਾਏ ਚਾਹੇ ਕਿੰਨਾ ਹੀ ਆ ਜਾਏ, ਪਰ ਉਹ ਇਸ ਚੀਜ਼ ਨੂੰ ਦੇਖ ਕੇ ਘਬਰਾਉਂਦਾ ਨਹੀਂ। ਇਹ ਵੀਰ ਜੀ ਨੇ ਸਾਬਤ ਕਰਤਾ। ਆਪ ਜੀ ਆਪ ਜੀ ਦਾ ਕੀ ਨਾਮ ਜੀ? ਵਾਹਿਗੁਰੂ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਮੈਂ ਪਟਿਆਲੇ ਤੋਂ। ਪਿੰਡ ਕਿਹੜਾ ਜੀ ਆਪ ਜੀ ਦਾ? ਡਕਾਉਂਦਾ ਵਾਹਿਗੁਰੂ ਜੀ। ਹਾਂਜੀ, ਤੇ ਇੱਥੇ ਨਿਰੰਤਰ ਜਿਹੜੇ ਮੇਰੇ ਵੀਰ ਸੇਵਾ ਕਰਦੇ ਨੇ, ਉਹਨਾਂ ਨਾਲ ਅਸੀਂ ਤੁਹਾਡੇ ਗੱਲਬਾਤ ਕਰਾਉਂਦੇ ਰਵਾਂਗੇ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਬ੍ਰਿਟਿਸ਼ ਸਿੱਖ ਕੌਂਸਲ UK ਵੱਲੋਂ ਕੀਤੀ ਜਾ ਰਹੀ ਸੇਵਾ ਬਹੁਤ ਹੀ ਸ਼ਲਾਘਾਯੋਗ ਹੈ। ਦਿੱਲੀ ਸੰਘੂ ਬਾਰਡਰ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਖੁੱਲੀ ਸੋਚ ਤੋਂ ਵਿਸ਼ੇਸ਼ ਰਿਪੋਰਟ।